करके आखो सतनाम श्री वाहेगुरु जी। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪਹੁੰਚੇ ਸੁਰਗ ਸੋ ਮੰਦਰ ਸੁੰਦਰ। ਜਦੋਂ ਇਸ ਫਕੀਰ ਨੂੰ ਸੁਪਨਾ ਆਉਣ ਲੱਗਿਆ, ਉਸ ਸਮੇਂ ਸਤਿਗੁਰੂ ਜੀ ਇਹਦੀ ਜਿਹੜੀ ਸੁਰਤ ਹੈ ਉਹਨੂੰ ਖਿੱਚ ਕਰਕੇ ਸੁਰਗਾਂ ਦੇ ਵਿੱਚ ਲੈ ਗਏ ਸਨ। ਭੋਗ ਆਨੰਦ ਮਹਾਜਨ ਅੰਦਰ। ਜਿਸ ਸੇ ਹੁਣ ਦੇਵਤਿਆਂ ਨੂੰ ਨਾਨਾ ਪ੍ਰਕਾਰ ਦੇ ਜਿਹੜੇ ਦੁਨਿਆਵੀ ਸੁੱਖ ਜਿਹੋ ਜਿਹੇ ਕਿਸੇ ਨੇ ਪੁੰਨ ਕੀਤੇ ਹਨ ਵੈਸੇ ਪ੍ਰਾਪਤ ਹੋ ਜਾਂਦੇ ਨੇ। ਸੁਰਗ ਦੇ ਵਿੱਚ ਰਹਿਣ ਵਾਲੇ ਦੇਵਤੇ ਬੜੇ ਹੀ ਸੁੱਖ ਮਾਣ ਰਹੇ ਹਨ। ਅਨਕ ਭਾਂਤ ਕੀ ਰਚਨਾ ਦੇਖੀ। ਇਹਨੇ ਸੁਰਗਲੋਕ ਦੇ ਵਿੱਚ ਜਾ ਕਰਕੇ ਅਨੇਕਾਂ ਪ੍ਰਕਾਰ ਦੀ ਬੜੀ ਸੁੰਦਰ ਰਚਨਾ ਵੀ ਆਪਣੇ ਨੇਤਰਾਂ ਦੇ ਨਾਲ ਸਾਹਮਣੇ ਦੇਖ ਲਈ ਹੈ। ਪੀਰ ਮਤੀ ਬਿਸਮਾਏ ਬਿਸ਼ੇਖੀ। ਦੇ ਦੇ ਕਰਕੇ ਉਹ ਜੀ ਸੋਹਣੀ ਰਚਨਾ ਫਕੀਰ ਮਨ ਦੇ ਵਿੱਚ ਬੜਾ ਹੈਰਾਨ ਹੋਣ ਲੱਗ ਪਿਆ ਸੀ। ਕਿਤਕ ਦੂਰ ਗਮਨਤ ਨੇਹਿਰਾ। ਜਦੋਂ ਅੱਗੇ ਜਾ ਕਰਕੇ ਨੇ ਚਾਰੇ ਪਾਸੇ ਦੌਰ ਤੱਕ ਆਪਣੀ ਨਿਗਾਹ ਮਾਰੀ ਹੈ। ਘਰ ਕੰਚਨ ਕੋ ਜਟਤ ਵਡੇਰਾ। ਜਿੱਥੇ ਹੁਣ ਵੱਡੇ ਵੱਡੇ ਜਿਹੜੇ ਮਹਿਲ ਔਰ ਮੰਦਰ ਉਹ ਵੀ ਸੋਨੇ ਦੇ ਬਣਾਏ ਹੋਏ ਸੀ। ਉਹਨਾਂ ਮੰਦਰਾਂ ਦੇ ਅੰਦਰ ਅਨੇਕ ਪ੍ਰਕਾਰ ਦੀ ਜਾਨਵਰਾਂ ਦੀ ਹੈ ਜਾਂ ਕਈ ਦਫਾ ਸੋਹਣੀਆਂ ਜੋਣੀਆਂ ਜਿਵੇਂ ਸੀਨਰੀਆਂ ਵੀ ਕਈ ਖਿੱਚ ਕਰਕੇ ਤਿਆਰ ਕਰ ਲੈਂਦੇ ਹਨ। ਸੀਨਰੀਆਂ ਦੇ ਕਰਕੇ ਮਨ ਦੇ ਵਿੱਚ ਬੜੇ ਲੋਕ ਹੈਰਾਨ ਹੋ ਜਾਂਦੇ ਨੇ ਵੀ ਕੈਸਾ ਸੋਹਣਾ ਹੈ ਇਹਦਾ ਦ੍ਰਿਸ਼ ਬਣਿਆ ਹੋਇਆ ਹੈ। ਉਹਨਾਂ ਮੰਦਰਾਂ ਦੇ ਵਿੱਚ ਅਨੇਕ ਪ੍ਰਕਾਰ ਦੀ ਕਿਤੇ ਬੂਟੇ, ਕਿਤੇ ਬਾਗ, ਕਿਤੇ ਸੋਹਣੇ ਸੋਹਣੇ ਜਾਨਵਰ ਵੀ ਆਕਾਸ਼ ਦੇ ਵਿੱਚ ਉੜਦੇ ਹੋਏ ਦਿਖਾਏ ਗਏ ਸਨ। ਰੇਸ਼ਮ ਡੋਰ ਬੀਚ ਲਰਕਾਈ। ਉਹਨਾਂ ਮੰਦਰਾਂ ਦੇ ਵਿੱਚ ਬੜੀਆਂ ਲਿਸ਼ਕਦੀਆਂ ਹੋਈਆਂ ਜਿਹੜੀਆਂ ਰੇਸ਼ਮ ਦੀਆਂ ਡੋਰਾਂ ਵੀ ਚਾਰੇ ਪਾਸੇ ਲਟਕਾਈਆਂ ਹੋਈਆਂ ਹਨ। ਜਰੀਦਾਰ ਗੁੰਫੇ ਛਬ ਛਾਈ। ਵੱਡੇ ਵੱਡੇ ਜਿਹੜੇ ਜਰੀ ਦੇ ਬਣਾਏ ਹੋਏ ਗੁੱਛੇ ਥਾਂ ਥਾਂ ਤੇ ਕੰਧਾਂ ਦੇ ਉੱਪਰ ਲਟਕਾਏ ਹੋਏ ਹਨ। ਰੁਚਰ ਪਰਿਅੰਕ ਸੋ ਚਾਮੀ ਕਰ ਕੋ। ਫਿਰ ਇਹਨੇ ਇੱਕ ਸੋਨੇ ਦਾ ਬਣਿਆ ਹੋਇਆ ਬਹੁਤ ਸੁੰਦਰ ਸਿੰਘਾਸਨ ਜਾ ਕਰਕੇ ਦੇਖਿਆ ਸੀ। ਚੌਹ ਦਿਸ਼ ਮੁਕਤਾ ਝਾਲਰ ਬਰ ਕੋ। ਇਸ ਸਿੰਘਾਸਨ ਦੇ ਚਾਰੇ ਪਾਸੇ ਹੀਰੇ ਮੋਤੀ ਜਵਾਰ ਇਹਨਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਉਹ ਲੜੀਆਂ ਚਾਰੇ ਪਾਸੇ ਬਣੀਆਂ ਹੋਈਆਂ ਹਨ। ਮ੍ਰਿਦੁਲ ਸੇਜ ਪੈ ਫੇਨ ਸਮਾਨਾ। ਜਿਹੜੀ ਸੇਜ ਆ ਉਹ ਵੀ ਸਮੁੰਦਰ ਦੀ ਝੱਗ ਦੇ ਸਮਾਨ ਬੜੀ ਨਰਮ ਤੇ ਬੜੀ ਚਿੱਟੇ ਰੰਗ ਦੀ ਸੋਭ ਰਹੀ ਹੈ। ਆਸ ਤਰਨ ਸੇਜਾ ਉਪਦਾਨਾ। ਇਸ ਸੇਜਾ ਦੇ ਉੱਪਰ ਬੜੇ ਨਰਮ ਨਰਮ ਔਰ ਸੋਹਣੇ ਸੋਹਣੇ ਬਿਸਤਰੇ ਵੀ ਵਿਛਾਏ ਹੋਏ ਸਨ। ਤਿਸ ਪਰ ਬੈਠਿਓ ਪੁਰਖ ਸੁਹਾਈ। ਇਸ ਸੋਹਣੀ ਸੇਜਾ ਦੇ ਉੱਪਰ ਇੱਕ ਇਹੋ ਜਿਹਾ ਬਹੁਤ ਹੀ ਧਰਮਾਤਮਾ ਪੁੰਨੀ ਪੁਰਸ਼ ਬੈਠਿਆ ਹੋਇਆ ਜਦੋਂ ਇਹਨੇ ਸਾਹਮਣੇ ਤੱਕਿਆ ਸੀ। ਚੰਦਰ ਮੁਖੀ ਗਹਿ ਡੋਰ ਚੁਲਾਈ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਪਸ਼ਰਾਂ ਇਹਨੂੰ ਵੱਡੇ ਵੱਡੇ ਪੈਖੇ ਲੈ ਕਰਕੇ ਝੱਲ ਵੀ ਮਾਰ ਰਹੀਆਂ ਹਨ। ਤਿਸ ਕੋ ਸ੍ਰੀ ਗੁਰ ਬੂਝਨ ਕੀਨਾ। ਉਸ ਸਮੇਂ ਸਤਿਗੁਰੂ ਜੀ ਨੇ ਸਾਰਾ ਜਿਹੜਾ ਸੀਨ ਫਕੀਰ ਨੂੰ ਸੁਪਨੇ ਦੇ ਵਿੱਚ ਹੀ ਦਿਖਾ ਦਿੱਤਾ ਸੀ। ਮਹਾਰਾਜ ਉਸ ਸ਼ਖਸ ਨੂੰ, ਉਸ ਦੇਵ ਮੂਰਤੀ ਨੂੰ ਜਾ ਕਰਕੇ ਪੁੱਛਣ ਲੱਗੇ ਹਨ ਕੋ ਸਭ ਕਰਮ ਦਾਨ ਕੋ ਦੀਨਾ। ਵੀ ਤੈਂ ਇਹੋ ਜਿਹਾ ਕਿਹੜਾ ਬਹੁਤ ਵੱਡਾ ਦਾਨ ਪੁੰਨ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੈ। ਜਿਸ ਤੇ ਅਸ ਸੁਖ ਪ੍ਰਾਪਤ ਭਇਓ। ਜਿਸ ਪੁੰਨ ਦੇ ਫਲ ਦੇ ਨਾਲ ਕਿਤੇ ਨੇ ਤੈਨੂੰ ਸੁਖ ਵੀ ਪ੍ਰਾਪਤ ਹੋ ਰਹੇ ਹਨ। ਸੋ ਤੁਮ ਕਹੋ ਜਤਾ ਵਿਦ ਕਯੋ। ਜਿਸ ਪ੍ਰਕਾਰ ਦੇ ਕੋਈ ਤੈ ਦਾਨ ਜਾਂ ਪੁੰਨ ਆਪਣੇ ਜਿਸਮ ਦੇ ਨਾਲ ਕੀਤੇ ਨੇ ਉਹਨਾਂ ਦੇ ਬਾਰੇ ਸਾਨੂੰ ਭਾਈ ਦੱਸਣਾ ਕਰੇ। ਪੁੰਨਾਂ ਦਾ ਫਲ ਇਤਨੇ ਤੈਨੂੰ
ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ। ਪੰਡਤ ਹਰਦਿਆਲ ਜੀ ਵੀ ਸਾਰ ਕਿਤਾਵਲੀ ਦੇ ਵਿੱਚ ਇਹ ਬਚਨ ਲਿਖਦੇ ਹਨ। ਸੁਭ ਕੁਲ ਜਨਮ ਸਰੂਪ ਤਨ, ਭੋਗ ਪੂਪ ਪਤ, ਪੰਡਤ ਦੇ ਰੋਗਪਨ, ਧਰਮ ਜਾਨ ਫਲ ਸਤ। ਸੁਭ ਕੁਲ ਜਨਮ, ਜਿਨ੍ਹਾਂ ਦਾ ਵੱਡੀ ਉੱਚੀ ਕੁਲ ਦੇ ਵਿੱਚ ਜਨਮ ਹੋ ਜਾਂਦਾ ਹੈ। ਸੁਭ ਕੁਲ ਜਨਮ ਸਰੂਪ ਤਨ, ਭਗਵਾਨ ਨੇ ਬਹੁਤ ਹੀ ਜ਼ਿਆਦਾ ਸੁੰਦਰ ਦੇਹੀ ਬਖਸ਼ੀ ਹੋਈ ਹੈ। ਸਰੂਪ ਤਨ, ਭੋਗ ਪੂਪ ਪਤ, ਆ ਦੁਨੀਆ ਦੇ ਵਿੱਚ ਜੀਵਨ ਬਸਰ ਕਰਨ ਦੇ ਲਈ ਰਾਜੇ ਮਹਾਰਾਜਿਆਂ ਦੇ ਸਮਾਨ ਜਿਨ੍ਹਾਂ ਨੂੰ ਬੜੇ ਖੁੱਲ੍ਹੇ ਡੁੱਲੇ ਪਦਾਰਥ ਪ੍ਰਾਪਤ ਹੁੰਦੇ ਨੇ। ਭੋਗ ਪੂਪ ਪਤ, ਪੰਡਤ ਬੜਾ ਭਾਰਾ ਸਵਾਜਿਤ ਪੰਡਤ ਹੋਣਾ, ਪੰਡਤ ਦੇ ਰੋਗ ਪੁੰਨ। ਕਈਆਂ ਨੂੰ ਤਾਂ ਮੇਰੇ ਜਨਮ ਦਿਨ ਲੈਣ ਨਾਲ ਹੀ ਵੱਡੀਆਂ ਵੱਡੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਪੰਡਤ ਦੇ ਰੋਗ ਪੁੰਨ, ਸਰੀਰ ਨੂੰ ਕੋਈ ਵੀ ਇਹੋ ਜਿਹਾ ਜਿਹੜਾ ਕੋਈ ਦੁਖਦਾਈ ਰੋਗ ਨਹੀਂ ਲੱਗਿਆ ਹੋਇਆ। ਪਰ ਕਈ ਬੱਚਿਆਂ ਦੇ ਬਾਰੇ ਸੁਣਿਆ, ਪ੍ਰੇਮੀਆਂ ਨੇ ਦੱਸਿਆ ਵੀ ਸਾਲ ਤੋਂ ਪਹਿਲਾਂ ਹੀ ਉਹਨਾਂ ਦੇ ਕਈ ਆਪਰੇਸ਼ਨ ਹੋ ਜਾਂਦੇ ਹਨ। ਅਮਰੀਕਾ ਦੇ ਵਿੱਚ ਰਹਿਣ ਵਾਲੇ ਉਹਨਾਂ ਦੀ ਬੱਚੀ ਅਜੇ 6 ਮਹੀਨਿਆਂ ਦੀ ਹੋਈ ਨਹੀਂ, ਪਹਿਲਾਂ ਹੀ ਉਹਦਾ ਜਿਹੜਾ ਪੇਟ ਪਾੜਨਾ ਪੈ ਗਿਆ। ਡਾਕਟਰਾਂ ਨੂੰ ਬਿਮਾਰੀ ਦਾ ਕੋਈ ਪਤਾ ਨਹੀਂ ਲੱਗਿਆ, ਪਰ ਜਦੋਂ ਉਹਨਾਂ ਨੇ ਚੰਗੀ ਤਰ੍ਹਾਂ ਚੈੱਕਅਪ ਕੀਤੀ, ਫਿਰ ਡਾਕਟਰਾਂ ਨੇ ਦੇਖਿਆ ਵੀ ਇਹਦੇ ਪਿੱਤੇ ਦੇ ਵਿੱਚ ਬੜਾ ਨੁਕਸ ਭਰਿਆ ਹੋਇਆ। ਕੁਦਰਤੀ ਕੋਈ ਹੋਰ ਬੱਚਾ ਸਰੀਰ ਛੱਡ ਗਿਆ, ਉਹਦਾ ਪਿੱਤਾ ਕੱਢ ਕਰਕੇ ਉਸ ਬੱਚੀ ਦੇ ਅੰਦਰ ਜਦੋਂ ਪਾਇਆ, ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਉਹ ਜਿਹੜਾ ਪਾਇਆ ਹੋਇਆ ਪਿੱਤਾ ਵੀ ਐਨ ਚੰਗੀ ਤਰ੍ਹਾਂ ਪੂਰਾ ਜਿਹੜਾ ਕੰਮ ਕਰਨ ਲੱਗ ਪਿਆ ਸੀ। ਜਿਹੜੇ ਸਾਰੀ ਉਮਰ ਰੋਗ ਤੋਂ ਰਹਿਤ ਰਹਿੰਦੇ ਹਨ, ਪੰਡਤ ਦੇ ਰੋਗ ਪੁੰਨ, ਕੋਈ ਵੀ ਹੋ ਜੀ ਬਿਮਾਰੀ ਜਿਨ੍ਹਾਂ ਦੇ ਸਰੀਰ ਨੂੰ ਲੱਗਦੀ ਨਹੀਂ। ਵੱਡੀਆਂ ਵੱਡੀਆਂ ਕਈ ਤਾਂ ਉਮਰਾਂ ਵੀ ਭੋਗ ਲੈਂਦੇ ਹਨ, ਨਾ ਕੋਈ ਸ਼ੂਗਰ, ਨਾ ਕਦੇ BP ਉਹਨਾਂ ਦਾ ਘਟਦਾ ਅਤੇ ਨਾ ਵੱਧਦਾ। ਪੰਡਤ ਦੇ ਰੋਗ ਪੁੰਨ, ਧਰਮ ਜਾਨ ਫਲ ਸਤ। ਪੰਡਤ ਹਰਦਿਆਲ ਜੀ ਕਹਿੰਦੇ ਵੀ ਜਿਨ੍ਹਾਂ ਨੂੰ ਇਹੋ ਜਿਹੀਆਂ ਸਹੂਲਤਾਂ ਭਗਵਾਨ ਦੇ ਪਾਸੋਂ ਪ੍ਰਾਪਤ ਹੋਈਆਂ ਨੇ, ਜਾ ਲਓ ਵੀ ਉਹਨਾਂ ਨੇ ਕੋਈ ਪਿਛਲੇ ਜਨਮ ਦੇ ਵਿੱਚ ਇਹੋ ਜਿਹਾ ਬਹੁਤ ਵੱਡਾ ਧਰਮ ਦਾ ਜਿਹੜਾ ਕਾਰਜ ਕੀਤਾ ਹੈ। ਦਾਨੰ ਪਰਾਪੂਰ ਵੈਣ ਭਜੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕੈ, ਨਾਨਕ ਚਿਰੰ ਕਾਲ ਦੁਖ ਭੋਗਤੇ, ਨੈ ਬਿਲੰਬ ਧਰਮੰ ਬਿਲੰਬ ਪਾਪੰ, ਦ੍ਰਿੜੰਤ ਨਾਮੰ ਤਜੰਤ ਲੋਭੰ, ਸਰਣ ਸੰਤੰ ਕੈਲਵੈਕ ਨਾਸੰ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਹਰੀ ਲਾਲ ਔਰ ਕ੍ਰਿਸ਼ਨ ਲਾਲ ਦੇ ਨਾਲ ਬਚਨ ਕਰਦਿਆਂ ਹੋਇਆ ਸਮਝਾਇਆ ਵੀ ਐਸ ਪ੍ਰਾਣੀ ਨੂੰ ਨੈ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਕਮਾਉਣ ਵਾਸਤੇ ਕਦੇ ਵੀ ਕੋਈ ਦੇਰੀ ਨਹੀਂ ਕਰਨੀ ਚਾਹੀਦੀ ਹੈ। ਜਿਨ੍ਹਾਂ ਨੂੰ ਇਹੋ ਜਿਹੇ ਸਾਰੇ ਜਿਹੜੇ ਸਾਧਨ, ਸਾਰੀਆਂ ਸੰਸਾਰਕ ਸਹੂਲਤਾਂ ਪਰਮਾਤਮਾ ਦੇ ਵੱਲੋਂ ਮਿਲੀਆਂ ਹੋਈਆਂ ਨੇ, ਜਾਣੋ ਵੀ ਉਹਨਾਂ ਨੇ ਕੋਈ ਬਹੁਤ ਇਹੋ ਜਿਹਾ ਧਰਮ ਦਾ ਜਿਹੜਾ ਕੰਮ ਪਿਛਲੇ ਜਨਮ ਦੇ ਵਿੱਚ ਕੀਤਾ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਜੀ ਵੀ ਉਸ ਦੇਵ ਮੂਰਤੀ ਦੇ ਪਾਸੋਂ ਪੁੱਛਦੇ ਨੇ ਵੀ ਤੈਂ ਕਿਹੜਾ ਇਹੋ ਜਿਹਾ ਕੋਈ ਬਹੁਤ ਵੱਡਾ ਦਾਨ ਪੁੰਨ ਕੀਤਾ ਸੀ। ਸੁਨਤ ਪੁਰਖ ਨੇ ਕਰ ਉਰ ਗਿਆਤ, ਉਸ ਸਮੇਂ ਇਸ ਦੇਵ ਮੂਰਤੀ ਨੇ ਮਨ ਦੇ ਅੰਦਰ ਗਿਆਨ ਨੂੰ ਧਾਰਨ ਕਰਦਿਆਂ ਹੋਇਆਂ ਬੇਨਤੀ ਕੀਤੀ ਹੈ। ਆਪਨੋ ਉਚਰਿਤ ਭਇਓ ਬਿਰਤਾਂਤ, ਇਸ ਨੇ ਆਪਣਾ ਜਿਹੜਾ ਪਿਛਲਾ ਬਿਰਤਾਂਤ ਸਤਿਗੁਰੂ ਜੀ ਦੇ ਅੱਗੇ ਉਸ ਸਮੇਂ
ਦੱਸਣਾ ਕੀਤਾ ਹੈ ਸਾਰੀ ਵਾਰਤਾ ਫਕੀਰ ਨੂੰ ਮਹਾਰਾਜ ਨੇ ਸੁਪਨੇ ਦੇ ਵਿੱਚ ਹੀ ਦਿਖਾਈ ਸੀ। ਪੂਰਬ ਜਨਮ ਸ਼ੇਰ ਕੋ ਮੇਰਾ, ਕਹਿ ਲੱਗਿਆ ਵੀ ਪਿਛਲਾ ਜਿਹੜਾ ਜਨਮ ਹੈ ਆ ਸ਼ੇਰ ਦੀ ਜਿਹੜੀ ਜੁਨੀ ਧਾਰਨ ਕੀਤੀ ਹੋਈ ਸੀ। ਜੂਨ ਤਾਮਸੀ ਅਗੀ ਵਡੇਰਾ, ਮੈਂ ਬਹੁਤ ਵੱਡੇ ਵੱਡੇ ਪਾਪ ਔਰ ਤਾਮਸੀ ਜ਼ੋਨ ਜਦੋਂ ਧਾਰਨ ਕੀਤੀ ਆ ਮਾਤਲੋ ਦੀ ਧਰਤੀ ਤੇ, ਪਰਮਾਤਮਾ ਨੇ ਤਾਂ ਸ਼ੇਰ ਦਾ ਖਾਜਾ ਹੀ ਬਿਲਕੁਲ ਕੱਚਾ ਮਾਸ ਬਣਾਇਆ। ਕਿਹੜੀ ਸ਼ਹਿਰ ਦੇ ਸਾਹਮਣੇ ਚਾਹੇ ਹਿਰਨ ਆ ਗਿਆ, ਚਾਹੇ ਬਾਰਾ ਸਿੰਘ, ਕੋਈ ਵੀ ਪਸ਼ੂ ਆ ਗਿਆ, ਉਹਨੇ ਫਿਰ ਖਾਦੇ ਬਿਨਾ ਅੱਗੇ ਜਾਣ ਨਹੀਂ ਦੇਣਾ ਹੈ। ਕੱਚੀ ਮਾਸ ਉਹਦੇ ਅੰਦਰ ਹਾਜ਼ਮ ਹੋ ਜਾਂਦਾ ਹੈ। ਕਹਿਣ ਲੱਗਿਆ ਵੀ ਮੈਂ ਬਹੁਤ ਵੱਡੀ ਇੱਕ ਦੁਖਦਾਈ ਜਿਹੜੀ ਹੈ ਤਾਮਸੀ ਜੋਨੀ ਧਾਰਨ ਕੀਤੀ ਹੋਈ ਸੀ। ਏਕ ਸਥਾਨ ਕਰਤ ਮੈਂ ਬਾਸਾ, ਰੋਈਆਂ ਬਿਆਬਾਨਾਂ ਦੇ ਵਿੱਚ ਮੈਂ ਆਪਣਾ ਰਹਿਣ ਵਾਸਤੇ ਬਾਸਾ ਬਣਾਇਆ ਹੋਇਆ ਸੀ। ਅਲਪ ਮਹੀਰ ਹੋ ਤਰੇ ਨਿਵਾਸਾ, ਜਿਸ ਥਾਂ ਤੇ ਬਹੁਤ ਹੀ ਕਰੀਰ ਜਾਂ ਵੱਡੇ ਵੱਡੇ ਕੰਡਿਆਂ ਵਾਲੇ ਦਰਖਤ, ਬਹੁਤ ਐਸੇ ਤਰ੍ਹਾਂ ਵੱਡਾ ਵੱਡਾ ਘਾਹ ਉੱਗਿਆ ਹੋਇਆ ਸੀ। ਬਿੜਾ ਹੀਸ ਕੋ ਸੰਗਨ ਕਨੋ, ਹੀਸ ਦੇ ਦਰਖਤਾਂ ਦੇ ਥੱਲੇ ਬਹੁਤ ਡੂੰਘਾ ਤੇ ਮੈਂ ਸੰਘਣਾ ਆਪਣਾ ਇੱਕ ਬਿੜਾ ਤਿਆਰ ਕੀਤਾ ਹੋਇਆ ਸੀ। ਮਾਨੁਖ ਸਦਨ ਬਨਾਇਓ ਮਨੋ, ਜਿਵੇਂ ਮਨੁੱਖ ਆਪਣੇ ਰਹਿਣ ਦੇ ਲਈ ਬਹੁਤ ਵੱਡੇ ਵੱਡੇ ਪੱਕੇ ਮਕਾਨ ਬਣਾ ਲੈਂਦੇ ਨੇ, ਨਾ ਉਹਨਾਂ ਦੇ ਵਿੱਚ ਹਵਾ ਲੱਗੇ, ਨਾ ਕੋਈ ਮੀਂਹ ਕਣੀ ਦਾ ਵੀ ਡਰ ਨਹੀਂ ਰਹਿੰਦਾ। ਇਹਨੇ ਵੀ ਆਪਣਾ ਜਿਹੜਾ ਬਿੜਾ ਮਾਨੋ ਜਿਵੇਂ ਨਾ ਬਹੁਤ ਇੱਕ ਪੱਕੀ ਕੋਠੀ ਬਣੀ ਹੁੰਦੀ ਹੈ, ਇਸੇ ਤਰ੍ਹਾਂ ਦਾ ਤਿਆਰ ਕੀਤਾ ਹੋਇਆ ਸੀ। ਪਾਣੀ ਪਾਉਣ ਛੁਬੈ ਨਹਿ ਜਹਾਂ, ਜਿਸ ਥਾਂ ਤੇ ਨਾ ਤਾਂ ਹਵਾ ਪੈਂਦੀ ਹੈ, ਨਾ ਕੋਈ ਬਾਰਿਸ਼ ਵੀ ਅੰਦਰ ਨਹੀਂ ਜਾਂਦੀ ਸੀ। ਨਿਸ ਮੈਂ ਬਸੋਂ ਜਾਈ ਕਰ ਤਹਾਂ, ਆਪਣੀ ਜੰਗਲ ਦੇ ਵਿੱਚੋਂ ਖੁਰਾਕ ਖਾ ਕਰਕੇ ਸ਼ੇਰ ਬਿੜੇ ਦੇ ਵਿੱਚ ਜਾ ਕਰਕੇ ਬੈਠ ਜਾਂਦਾ ਸੀ। ਏਕ ਦਿਵਸ ਮੈਂ ਗਮਨਿਓ ਬਾਹਰ, ਇੱਕ ਦਿਨ ਕਹਿਣ ਲੱਗਿਆ ਵੀ ਜਦੋਂ ਮੈਂ ਆਪਣੀ ਖੁਰਾਕ ਪ੍ਰਾਪਤ ਕਰਨ ਦੇ ਲਈ ਬਿੜੇ ਦੇ ਵਿੱਚੋਂ ਨਿਕਲ ਕਰਕੇ ਬਾਹਰ ਰੋਈਆਂ ਬਿਆਬਾਨਾਂ ਦੇ ਵਿੱਚ ਚਲਿਆ ਗਿਆ ਸੀ। ਹਿਤ ਆਹਾਰ ਜੀਵਨ ਹਤ ਜਾਹਰ, ਬਿਆਬਾਨਾਂ ਦੇ ਵਿੱਚ ਜਾ ਕਰਕੇ ਜੋ ਵੀ ਹਿਰਨ ਜਾਂ ਬਾਰਾ ਸਿੰਘਾ ਕੋਈ ਡੰਗਰ ਪਸ਼ੂ ਮੈਨੂੰ ਖਾਣ ਦੇ ਲਈ ਪ੍ਰਾਪਤ ਹੋਇਆ ਸੀ। ਵਿਚਰਤ ਬਨ ਮਹਿ ਮਿਰਗ ਕੋ ਮਾਰਿਓ, ਵੀ ਜੰਗਲਾਂ ਦੇ ਵਿੱਚ ਵਿਚਰਦਿਆਂ ਹੋਇਆ ਕੋਈ ਮੈਂ ਹਿਰਨਾਂ ਨੂੰ ਵੀ ਮਾਰ ਦਿੱਤਾ ਸੀ। ਤ੍ਰਿਪਤ ਹੋਈ ਮਗ ਸਦਨ ਸਿਧਾਰਿਓ, ਜਦੋਂ ਐਨ ਮੇਰਾ ਪੇਟ ਭਰ ਗਿਆ ਡੰਗਰ ਪਸ਼ੂ ਖਾ ਖਾ ਕੇ, ਫਿਰ ਮੈਂ ਵਾਪਸ ਆਪਣੇ ਘਰ ਨੂੰ ਮੁੜ ਆਇਆ ਸੀ। ਚਲੀ ਬਾਓ ਘਨ ਕੀ ਘਟ ਆਈ, ਪਰ ਘਾਹ ਦੇ ਵਿੱਚ ਕਾਲੀ ਕਟਾ ਚਾਰੇ ਪਾਸਿਆਂ ਤੋਂ ਚੜ ਕੇ ਆ ਗਈ। ਬਹੁਤ ਜ਼ਿਆਦਾ ਤੇਜ਼ ਹਵਾ ਵੀ ਚੱਲਣ ਲੱਗ ਪਈ ਹੈ। ਧੂਲ ਉੱਡੀ ਦ੍ਰਿਸ਼ਟੀ ਤਮ ਛਾਈ, ਇਹ ਤਨਾ ਮਿੱਟੀ ਘਟਾ ਆਕਾਸ਼ ਦੇ ਵਿੱਚ ਉੱਡਣ ਲੱਗ ਪਿਆ ਸੀ। ਪੰਥੀ ਦੋਈ ਤਹਾਂ ਰੁਕ ਗਈ, ਹੁਣ ਕੋਈ ਮੁਸਾਫਰ ਜਾਂਦਿਆਂ ਜਾਂਦਿਆਂ ਉਹ ਮੇਰੇ ਬਿੜੇ ਦੇ ਵਿੱਚ ਰੁਕ ਗਏ ਵੀ ਇੱਥੇ ਮੀਂਹ ਔਰ ਹਨੇਰੀ ਤੋਂ ਸਾਡਾ ਬਚਾਅ ਹੋ ਜਾਣਾ ਹੈ। ਕਿਤੋਂ ਆਸਰੋ ਪਿਖਤ ਨਾ ਭਾਈ, ਜਦੋਂ ਚਾਰੇ ਪਾਸੇ ਇਹਨਾਂ ਨੇ ਕੋਈ ਇਹੋ ਜਿਹੀ ਜਗ੍ਹਾ ਲੱਭਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਵੀ ਕਿਤੇ ਸੰਘਣੇ ਦਰਖਤ ਥੱਲੇ ਖੜ ਕਰਕੇ ਆਪਣਾ ਅਸੀਂ ਟਾਈਮ ਕੱਟ ਲਵਾਂਗੇ। ਹੁਣ ਚਾਰੇ ਪਾਸੇ ਕੁਆਂ ਤੱਕ ਜਿੱਥੇ ਰੋਈਆਂ ਹੀ ਰੋਈਆਂ ਪਈਆਂ ਸਨ, ਕੋਈ ਵੀ ਇਹਨਾਂ ਨੂੰ ਇਹੋ ਜਿਹੀ ਜਗ੍ਹਾ ਮੀਂਹ ਔਰ ਹਨੇਰੀ ਤੋਂ ਬਚਣ ਵਾਸਤੇ ਪ੍ਰਾਪਤ ਨਹੀਂ ਹੋਈ ਸੀ। ਇਹ ਤੋਤ ਵਿਚਰਤ ਜੋ ਘਰ ਮੇਰਾ, ਵਿਚਾਰੇ ਇੱਧਰ ਉੱਧਰ ਘੁਮਾਉਂਦਿਆਂ ਮੇਰੇ ਬਿੜੇ ਦੇ ਵਿੱਚ ਆ ਗਏ ਸਨ। ਦੇਖਿਓ ਕੀਨਸ ਦੌਰ ਬਸੀਰਾ, ਉਹਨਾਂ ਨੇ ਜਾ ਕਰਕੇ ਆਪਣਾ ਜਿਹੜਾ ਬਾਸਾ ਮੇਰੇ ਬਿੜੇ ਦੇ ਵਿੱਚ ਕਰ ਲਿਆ ਵੀ ਇੱਥੇ ਤੇਜ਼ ਅੰਧੇਰੀ ਔਰ
ਮੀਂਹ ਤੋਂ ਸਾਡਾ ਬਚਾਅ ਹੋ ਜਾਣਾ ਹੈ। ਅਪਰ ਅਲੰਬ ਨਹੀਂ ਟਿਗ ਕੋਈ। ਹੋਰ ਕਿਤੇ ਵੀ ਇਹਨਾਂ ਨੂੰ ਕੋਈ ਹੋਇਆ ਜੇ ਆਸਰਾ ਰੋਈਆਂ ਬੀਵਾਨਾਂ ਦੇ ਵਿੱਚੋਂ ਨਹੀਂ ਲੱਭਿਆ ਸੀ। ਕਰਕਾ ਕੀ ਬਰਖਾ ਬਹੁ ਜੋਈ। ਉਸੇ ਵਕਤ ਵੱਡੇ ਵੱਡੇ ਗੜਿਆਂ ਦੀ ਬਰਖਾ ਪੈਣ ਲੱਗ ਪਈ ਸੀ। ਬੈਠ ਤਿਨੋਂ ਨੇ ਜਾਨੀ ਹੇਰ। ਉਸ ਸਮੇਂ ਦੇਖਿਆ ਵੀ ਆ ਵੱਡੇ ਵੱਡੇ ਗੜੇ ਆਕਾਸ਼ ਦੇ ਵਿੱਚੋਂ ਗਿਰਨ ਲੱਗ ਪਏ ਹਨ। ਜੇ ਕੋਈ ਸਿਰ ਦੇ ਵਿੱਚ ਕਿਤੇ ਲੱਗ ਗਿਆ ਨਾਲ ਦੀ ਨਾਲ ਸਾਡੇ ਪ੍ਰਾਣ ਨਿਕਲ ਜਾਣੇ ਹਨ। ਬਹੁਤ ਵੱਡੇ ਵੱਡੇ ਗੜਿਆਂ ਦੀ ਉਸ ਸਮੇਂ ਬਰਖਾ ਸ਼ੁਰੂ ਹੋ ਗਈ ਸੀ। ਇਹ ਸਥਾਨ ਬਾਸੋ ਵੱਡ ਛੇਰ। ਜਦੋਂ ਉਹਨਾਂ ਨੇ ਆ ਕਰਕੇ ਆਲੇ ਦੁਆਲੇ ਦੇਖਿਆ ਵੀ ਇਹ ਤਾਂ ਸਾਨੂੰ ਕਿਸੇ ਸ਼ਹਿਰ ਦਾ ਆਪਣਾ ਘੁਰਨਾ ਜਾਂ ਬਹੁਤ ਵੱਡਾ ਇਹ ਵਿਹੜਾ ਬਣਾਇਆ ਹੋਇਆ ਲੱਗਦਾ ਹੈ। ਅਸਨਾ ਹੋਈ ਅਬ ਚਲ ਸੋ ਆਵੈ। ਮੁਸਾਫਰ ਦੋਵੇਂ ਵਿਹੜੇ ਦੇ ਵਿੱਚ ਚਲੇ ਤਾਂ ਗਏ ਜ਼ਰੂਰ, ਪਰ ਮਨ ਦੇ ਵਿੱਚ ਬੜਾ ਡਰ ਪੈਦਾ ਹੋ ਗਿਆ ਵੀ ਸ਼ਹਿਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆਪਣੇ ਵਿਹੜੇ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਹਤ ਹੈ ਹਮ ਹੈ ਦੋਹਨ ਕੋ ਖਾਵੈ। ਦੋਵੇਂ ਇਹ ਰਾਹੀ ਆਪਸ ਵਿੱਚ ਹੀ ਮਿਲ ਕਰਕੇ ਗੱਲਾਂ ਬਾਤਾਂ ਕਰਨ ਲੱਗ ਪਏ ਹਨ। ਕਰਕਾ ਬਰਕਤ ਮੈਂ ਤਬ ਆਇਓ। ਵੀ ਦੇਖੋ ਹੁਣ ਬਾਹਰ ਤਾਂ ਵੱਡੇ ਵੱਡੇ ਗੜਿਆਂ ਦੀ ਬਰਖਾ ਪੈਣ ਲੱਗ ਪਈ ਹੈ। ਜੇ ਸ਼ਹਿਰ ਆ ਗਿਆ ਉਹਨੇ ਸਾਨੂੰ ਜਿਉਂਦਾ ਜੀ ਛੱਡਣਾ ਨਹੀਂ। ਦੋਵੇਂ ਵਿਚਾਰੇ ਉਹ ਡਰਦਿਆਂ ਹੋਇਆ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ। ਅਚਾਨਕ ਉਧਰੋਂ ਆਪਣੀ ਖੁਰਾਕ ਖਾ ਕਰਕੇ ਸ਼ੇਰ ਵੀ ਵਾਪਸ ਮੁੜ ਆਇਆ ਸੀ। ਬੋਲ ਨਰਨ ਕੋ ਢਿੱਗ ਸੁਣ ਪਾਇਓ। ਜਦੋਂ ਇਸ ਸ਼ੇਰ ਨੇ ਮਨੁੱਖਾਂ ਦੀ ਜਿਹੜੀ ਆਵਾਜ਼ ਆਪਣੇ ਕੰਨਾਂ ਦੇ ਨਾਲ ਸੁਣ ਲਈ ਹੈ, ਜਾਣਿਓ ਮਨੁੱਜ ਅਹ ਘਰ ਮਾਹੀ। ਉਹ ਆਵਾਜ਼ ਸੁਣ ਕਰਕੇ ਇਹਨੇ ਵੀ ਅੰਦਾਜ਼ਾ ਲਗਾ ਲਿਆ ਵੀ ਮੇਰੇ ਵਿਹੜੇ ਦੇ ਵਿੱਚ ਦੋ ਮੁਸਾਫਰ ਆਪਣਾ ਆ ਗੜਿਆਂ ਦੀ ਬਰਖਾ ਔਰ ਅੰਧੇਰੀ ਤੋਂ ਬਚਣ ਵਾਸਤੇ ਅੰਦਰ ਵੜ ਚੁੱਕੇ ਹਨ। ਆਗੇ ਗਮਨ ਕੀਨ ਤਬ ਨਾਹੀ। ਇਹ ਸ਼ੇਰ ਆਪਣੇ ਵਿਹੜੇ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਅੱਗੇ ਨਹੀਂ ਤੁਰਿਆ ਸੀ। ਜਦੋਂ ਆਵਾਜ਼ ਸੁਣੀ ਉਸ ਥਾਂ ਤੇ ਹੀ ਰੁਕ ਗਿਆ ਹੈ। ਮੇਰੇ ਅਤਿਥ ਭਈ ਇਹ ਆਈ। ਸੋਚਿਆ ਵੀ ਇਹ ਤਾਂ ਮੇਰੇ ਵਿਹੜੇ ਦੇ ਵਿੱਚ ਅਥਿਤ ਔਰ ਸਾਧੂ ਜਨ ਬਣ ਕਰਕੇ ਆਏ ਹਨ। ਰਹਿਣ ਬਸੀਰਾ ਕਰ ਸੁਖ ਪਾਈ। ਇਹਨਾਂ ਨੇ ਆਪਣੇ ਜਿਹੜੀ ਰਾਤ ਬੜੇ ਸੁੱਖਾਂ ਦੇ ਨਾਲ ਬਤੀਤ ਕਰ ਲੈਣੀ ਹੈ। ਬੀਆਵਾਨਾਂ ਦੇ ਵਿੱਚ ਕੋਈ ਵੀ ਆਸਰਾ ਇਹਨਾਂ ਨੂੰ ਹੋਰ ਪ੍ਰਾਪਤ ਨਹੀਂ ਹੋਏਗਾ। ਇਸ ਤੇ ਪਰੀ ਧਰਮ ਨਹਿ ਔਰ। ਸੋਚਿਆ ਵੀ ਇਹਨਾਂ ਨੂੰ ਸੁੱਖ ਦੇਣਾ ਇਹ ਤੋਂ ਵੱਡਾ ਕੋਈ ਧਰਮ ਮੈਨੂੰ ਦੂਸਰਾ ਨਜ਼ਰ ਨਹੀਂ ਆਉਂਦਾ ਹੈ। ਅਭਿਆਗਤ ਕੋ ਦੇ ਸੁਖ ਠੌਰ। ਜਿਹੜੇ ਪ੍ਰਾਣੀ ਅਭਿਆਗਤਾਂ ਨੂੰ ਅਤਿਥੀਆਂ ਨੂੰ ਬੜੇ ਸੁੱਖ ਆਪਣੇ ਵੱਲੋਂ ਦਿੰਦੇ ਹਨ। ਪੂਰਬ ਕਿਸੀ ਪੁੰਨ ਤੇ ਮੋਹੀ। ਪੂਰਬ ਕਿਸੀ ਪੁੰਨ ਤੇ ਇਹ ਸ਼ਹਿਰ ਨੂੰ ਕੋਈ ਪਿਛਲੇ ਪੁੰਨ ਕਰਕੇ ਹੀ ਇਹੋ ਜੀ ਸੋਝੀ ਪ੍ਰਾਪਤ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਗਿਆੜ ਨੂੰ ਮਨੁੱਖ ਦੀ ਬੋਲੀ ਦੇ ਵਿੱਚ ਬੁਲਾ ਕਰਕੇ ਪਾਈ। ਮਰਦਾਨਾ ਜੀ ਦੇ ਮਨ ਦਾ ਜਿਹੜਾ ਸ਼ੰਕਾ ਦੂਰ ਕੀਤਾ ਸੀ। ਕੋਈ ਹੋ ਜਿਹਾ ਚੰਗਾ ਪੁੰਨ ਇਹਨੂੰ ਵੀ ਹੈ ਜਿਹੜੀ ਸੋਝੀ ਮਨ ਦੇ ਅੰਦਰ ਪ੍ਰਾਪਤ ਹੋ ਗਈ ਹੈ। ਇਸ ਪ੍ਰਕਾਰ ਮਤ ਉਰਮਹਿ ਹੋਹੀ। ਇਸ ਪ੍ਰਕਾਰ ਦੀ ਜਿਹੜੀ ਮਤ ਕਹਿਣ ਲੱਗਿਆ ਵੀ ਮੇਰੇ ਅੰਦਰ ਪੈਦਾ ਹੋ ਗਈ ਵੀ ਜੇ ਮੈਂ ਨੇੜੇ ਚਲਿਆ ਗਿਆ ਇਹਨਾਂ ਮੁਸਾਫਰਾਂ ਦੇ ਤਾਂ ਸਾਹ ਸੁੱਖ ਜਾਣੇ ਨੇ। ਦੇਖਣ ਸਾਰੇ ਇਹਨਾਂ ਨੇ ਬਾਹਰ ਭੱਜਣ ਦੀ ਕੋਸ਼ਿਸ਼ ਕਰਨੀ ਹੈ। ਖੜੋ ਰਹਿਓ ਮੈਂ ਬਾਹਰ ਤਬੈ। ਵੀ ਮੈਂ ਤਾਂ ਉਸ ਥਾਂ ਤੇ ਬਾਹਰਲੇ ਪਾਸੇ ਹੀ ਖੜਾ ਹੋ ਗਿਆ ਸੀ। ਹੋਰੀ ਸਹੀ ਗਾਤ ਪਰ ਸਬੈ। ਆਪਣੇ ਸਰੀਰ ਦੇ ਉੱਪਰ ਵੱਡੇ ਵੱਡੇ ਜਿਹੜੇ ਗੜੇ ਉਹ ਵੀ ਝੱਲ ਲਏ ਸਨ। ਡਰਤ ਸੋ ਪੰਥੀ ਬਾਸੇ ਕਰਮ ਹੈ। ਇਹਨਾਂ ਮੁਸਾਫਰਾਂ ਨੇ ਮਸਾਂ
ਡਰਦਿਆਂ ਰਾਤ ਬਤੀਤ ਕੀਤੀ ਹੈ। ਸੁਖ ਸੋ ਬੀਤੀ ਜਾਮਨੀ ਤਿਨ ਕਹੈ। ਪਰ ਇਹਨਾਂ ਦੀ ਜਿਹੜੀ ਰਾਤ ਬੜੇ ਸੁੱਖਾਂ ਦੇ ਨਾਲ ਬਤੀਤ ਹੋ ਗਈ ਸੀ। ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਨਾ ਕੋਈ ਠੰਡ ਨੇ ਇਹਨਾਂ ਨੂੰ ਤੰਗ ਨਹੀਂ ਕੀਤਾ ਸੀ। ਦੇਖਤ ਰਹੀ ਬਹਿਰ ਦਿਸ਼ ਦੋਊ। ਪਰ ਡਰਦਿਆਂ ਹੋਇਆਂ ਦੋਵਾਂ ਦੀ ਨਿਗਾਹ ਤਾਂ ਬਾਹਰਲੇ ਪਾਸੇ ਲੱਗੀ ਹੋਈ ਸੀ ਵੀ ਕਿਤੇ ਹੁਣ ਨਾ ਆ ਜੇ, ਕਿਤੇ ਹੁਣ ਨਾ ਆ ਜੇ। ਇਹਨੂੰ ਤਾਂ ਵਾਪਸ ਮੁੜਨਾ ਵੀ ਬੜਾ ਔਖਾ ਹੋ ਜਾਣਾ ਹੈ। ਮਤ ਕੀ ਹਰ ਸੰਗਾਰ ਹੈ ਕੋਊ। ਵੀ ਕਿਤੇ ਕੋਈ ਕਹਿਰੀ ਸ਼ੇਰ ਅਚਾਨਕ ਹੀ ਆ ਕਰਕੇ ਸਾਨੂੰ ਬੇੜੇ ਦੇ ਵਿੱਚ ਹੀ ਨਾ ਨਾਸ ਕਰ ਦੇਵੇ। ਮਨ ਦੇ ਅੰਦਰ ਇਹਨਾਂ ਦੇ ਬਹੁਤ ਡਰ ਵੀ ਪੈਦਾ ਹੋ ਗਿਆ ਸੀ। ਮੈਂ ਮਨ ਧਰਮ ਜਾਨ ਹਟ ਰਹਿਓ। ਪਰ ਮੈਂ ਆਪਣਾ ਜਿਹੜਾ ਧਰਮ ਜਾਣਦਿਆਂ ਹੋਇਆਂ ਵੀ ਅਤਿਥੀ ਦੀ ਸੇਵਾ ਕਰਨੀ ਮੇਰੇ ਵਾਸਤੇ ਸਾਰਿਆਂ ਨਾਲੋਂ ਵੱਡਾ ਧਰਮ ਹੈ, ਉਸ ਥਾਂ ਤੋਂ ਇੱਕ ਕਦਮ ਹੀ ਸ਼ੇਰ ਅੱਗੇ ਨਹੀਂ ਗਿਆ ਸੀ। ਦੁੱਖ ਬਰਖਾ ਸਭ ਤਨ ਪਰ ਹਰਿਓ। ਇਹਨੇ ਬੜਾ ਤੇਜ ਮੀਂਹ, ਵੱਡੇ ਵੱਡੇ ਗੜੇ ਔਰ ਸਾਰੀ ਜਿਹੜੀ ਅੱਤ ਦੀ ਠੰਡ ਆਪਣੇ ਸਰੀਰ ਦੇ ਉੱਪਰ ਹੀ ਸਾਰਨ ਕਰ ਲਈ ਹੈ। ਅਰਧ ਰਾਤ ਲਾਓ ਬ੍ਰਿਸ਼ਟੀ ਪਈ। ਅੱਧੀ ਰਾਤ ਤੱਕ ਬੜੀ ਜਿਹੜੀ ਗੜਿਆਂ ਦੀ ਵਰਖਾ ਉਸੇ ਤਰ੍ਹਾਂ ਪੈਂਦੀ ਰਹੀ ਸੀ। ਬਿਨਾ ਆਸਰੀ ਮੈਂ ਸਿਰ ਲਈ। ਹੁਣ ਸ਼ੇਰ ਵਿਚਾਰਾ ਬਾਹਰ ਖੁੱਲੀ ਜਗ੍ਹਾ ਤੇ ਖੜਾ ਸੀ। ਵੱਡੇ ਵੱਡੇ ਗੜੇ, ਮੀਂਹ, ਇੱਕ ਬੜੀ ਜਿਹੜੀ ਹਵਾ ਉਹ ਵੀ ਤੇਜ਼ ਚੱਲ ਰਹੀ ਸੀ। ਪੁਨਹ ਪੌਨ ਗਮਨੀ ਅਤਸੀਰ। ਥੋੜੇ ਟਾਈਮ ਤੋਂ ਬਾਅਦ ਕਹਿਣ ਲੱਗਿਆ ਵੀ ਇਹੋ ਜੀ ਹੱਡਾਂ ਨੂੰ ਚੀਰਨ ਵਾਲੀ ਬੜੀ ਤੇਜ਼ ਹਵਾ ਵੀ ਦੁਬਾਰਾ ਫੇਰ ਚੱਲਣ ਲੱਗ ਪਈ ਹੈ। ਵਿਆਪਿਓ ਸਗੜੀ ਸੀਤ ਸ਼ਰੀਰ। ਉਹ ਜਿਹੜੀ ਹਵਾ ਮਾਨੋ ਮੇਰੇ ਸਰੀਰ ਨੂੰ ਚੀਰਦੀ ਜਾ ਰਹੀ ਸੀ। ਹੋਰ ਹੋਤ ਮੈਂ ਮਿਰਤਕ ਭਇਓ। ਉਸ ਬਰਖਾ ਵੱਡੇ ਵੱਡੇ ਗੜਿਆਂ ਦੀ ਠੰਡ ਦੇ ਨਾਲ, ਸੂਰਜ ਚੜ੍ਹਦੇ ਨਾਲ ਮੇਰੇ ਤਾਂ ਪ੍ਰਾਣ ਸਰੀਰ ਦੇ ਵਿੱਚੋਂ ਨਿਕਲ ਗਏ ਸਨ। ਸਿਰ ਵਿਸਾਲ ਪ੍ਰਾਨ ਛੁੱਟ ਗਇਓ। ਮਨ ਦੇ ਅੰਦਰ ਹੱਠ ਬੜਾ ਧਾਰਨ ਕੀਤਾ, ਪਰ ਇਹਨੇ ਉਹਨਾਂ ਮੁਸਾਫਰਾਂ ਨੂੰ ਕੋਈ ਤੰਗ ਨਹੀਂ ਕੀਤਾ ਸੀ। ਸਰੀਰ ਦੇ ਉੱਪਰ ਵੱਡੇ ਵੱਡੇ ਗੜੇ ਔਰ ਬੜੀ ਜਿਹੜੀ ਤੇਜ਼ ਬਾਰਿਸ਼ ਉਹ ਵੀ ਚੱਲ ਲਈ ਸੀ। ਭਈ ਪ੍ਰਾਤ ਸੋ ਸੰਤ ਪਰਬੀਨਾ। ਕਹਿ ਲੱਗਿਆ ਵੀ ਜਦੋਂ ਸਵੇਰਾ ਹੋਇਆ, ਉਹ ਜਿਹੜੇ ਮਹਾਂਪੁਰਖ ਬਿੜੇ ਦੇ ਵਿੱਚੋਂ ਬਾਹਰ ਨਿਕਲੇ ਸਨ। ਨਿਕਸੇ ਮ੍ਰਿਤਕ ਮੋਹਿ ਪਿਖ ਲੀਨਾ। ਬਾਹਰ ਆ ਕਰਕੇ ਉਹਨਾਂ ਨੇ ਮੇਰੇ ਸਰੀਰ ਦੇ ਵੱਲ ਦੇਖਿਆ ਵੀ ਇਹਨਾਂ ਨੇ ਸਾਡੀ ਸੇਵਾ ਕਰਨ ਦੇ ਲਈ ਆਪਣੇ ਪ੍ਰਾਣ ਵੀ ਕੁਰਬਾਨ ਕਰ ਦਿੱਤੇ ਹਨ। ਕਰੁਣਾ ਕੀਨ ਜਾਨ ਮਮ ਕਰਮ। ਉਹਨਾਂ ਮਹਾਂਪੁਰਖਾਂ ਨੇ ਮੇਰਾ ਇਹੋ ਜਿਹਾ ਸ਼ੁਭ ਕਰਮ ਜਾਣਦੇ ਹੋਇਆਂ ਆਪਣੇ ਵੱਲੋਂ ਬੜੀ ਕਿਰਪਾ ਵੀ ਕਰ ਦਿੱਤੀ ਸੀ। ਫਲ ਦੀਨਸ ਯਸ ਜਸ ਅਤ ਧਰਮ। ਜਿਹੋ ਜਿਹਾ ਮੈਂ ਨਾ ਧਰਮ ਧਾਰਨ ਕੀਤਾ, ਮਹਾਂਪੁਰਖਾਂ ਨੇ ਫਲ ਵੀ ਮੈਨੂੰ ਵੈਸਾ ਹੀ ਬਖਸ਼ ਦਿੱਤਾ ਸੀ। ਤਿਸ ਰਾਤਰੀ ਕਾ ਫਲ ਅਸ ਹੋਵਾ। ਉਹ ਜਿਹੜੀ ਦਿਵ ਮੂਰਤੀ ਸੁਰਗਾਂ ਦੇ ਵਿੱਚ ਬੈਠੀ ਹੈ, ਉਸ ਨੇ ਆਪਣਾ ਜਿਹੜਾ ਸਾਰਾ ਬਿਰਤਾਂਤ ਔਰ ਰਸਨਾ ਤੋਂ ਸੁਣਾਇਆ ਸੀ। ਪਹੁੰਚ ਸੁਰਗ ਸਭ ਵਿਦ ਸੁਖ ਜੋਵਾ। ਵੀ ਆ ਇੱਕ ਰਾਤ ਜੋ ਮੈਂ ਮੁਸਾਫਰਾਂ ਨੂੰ ਆਪਣੇ ਬਿੜੇ ਦੇ ਵਿੱਚ ਕਟਵਾਈ, ਆਪਣਾ ਧਰਮ ਸਮਝਦਿਆਂ ਹੋਇਆਂ, ਉਹਦੇ ਬਦਲੇ ਮੈਂ ਆਪਣਾ ਸਰੀਰ ਵੀ ਤਿਆਗ ਦਿੱਤਾ ਸੀ। ਉਸ ਧਰਮ ਦਾ ਜਿਹੜਾ ਫਲ ਮੈਨੂੰ ਆ ਸੁਰਗਾਂ ਦੇ ਵਿੱਚ ਪ੍ਰਾਪਤ ਹੋ ਰਿਹਾ ਹੈ। ਅਤਿਥ ਪੂਜ ਵੀ ਧਰਮ ਮਹਾਨਾ। ਜਾ ਤਿਥੀ ਦੀ, ਸਾਧੂ ਫਕੀਰਾਂ ਦੀ ਪੂਜਾ ਸੇਵਾ ਕਰਨੀ, ਇਹਦੇ ਸਮਾਨ ਤਾਂ ਕੋਈ ਵੱਡਾ ਦੁਨੀਆ ਦੇ ਵਿੱਚ ਧਰਮ ਨਹੀਂ ਹੋ ਸਕਦਾ ਹੈ। ਨਹਿ ਗ੍ਰਸਤੀ ਕੀ ਅਪਰ ਸਮਾਨਾ। ਜਿਹੜੇ ਨੇ ਗ੍ਰਸਤ ਮਾਰਗ ਨੂੰ ਧਾਰਨ ਕਰਨ ਵਾਲੇ, ਉਹ ਫਿਰ ਇਹੋ ਜੀ ਸੇਵਾ ਆਪਣੇ ਜੀਵਨ ਦੌਰਾਨ ਕਰਦੇ ਹੀ ਰਹਿੰਦੇ ਹਨ। ਇਹ ਸਭ ਪੀਰ ਸੁਣੀ ਜਬ ਕਾਨ। ਜਦੋਂ ਪੀਰ ਨੇ
ਇਹ ਸੁਰਗਾਂ ਦੇ ਵਿੱਚ ਸੁਰਤੀ ਦੇ ਨਾਲ ਸਾਰੀ ਵਾਰਤਾ ਆਪਣੇ ਕੰਨਾਂ ਦੇ ਨਾਲ ਹੀ ਸੁਣ ਲਈ ਹੈ। ਕਰਿਓ ਜਗਾਵਨ ਪਰਿਓ ਜੇ ਥਾਨ। ਉਸ ਸਮੇਂ ਸਤਿਗੁਰੂ ਜੀ ਨੇ ਫਿਰ ਇਸ ਫਕੀਰ ਨੂੰ ਬਸਤਰ ਪਕੜ ਕਰਕੇ ਜਗਾ ਦਿੱਤਾ ਸੀ। ਉਠਤ ਚਰਨ ਪਰ ਬੰਧਨ ਕੀਨ। ਜਦੋਂ ਨੀਂਦ ਖੁੱਲੀ ਇਹ ਤਾਂ ਉੱਠਣ ਸਾਰ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਸੀ। ਰਾਬਰ ਭੇਦ ਸਕਿਓ ਨਹਿ ਚੀਨ। ਸੱਚੇ ਪਾਤਸ਼ਾਹ ਮੈਂ ਆਪ ਦਾ ਜਿਹੜਾ ਅੰਦਰਲਾ ਭੇਦ ਨਹੀਂ ਪਾ ਸਕਿਆ। ਆ ਬਾਹਰਲੀ ਜਿਹੜੀ ਸੰਸਾਰਕ ਰਚਨਾ ਨੂੰ ਦੇ ਕਰਕੇ ਬੜੇ ਭੁਲੇਖੇ ਬੜੀਆਂ ਤਰਕਾਂ ਮੇਰੇ ਮਨ ਦੇ ਅੰਦਰ ਪੈਦਾ ਹੋ ਗਈਆਂ ਸਨ। ਜੋ ਤੁਮ ਕਹੋ ਸੋ ਹੈ ਸਭ ਨੀਕੀ। ਆਪ ਦੀ ਜੋ ਕਥਨੀ ਔਰ ਕਰਨੀ ਇਹ ਤਾਂ ਇੱਕੋ ਸਮਾਨ ਹੈ। ਜੋ ਵਚਨ ਕੀਤੇ ਨੇ ਉਹਨਾਂ ਨੂੰ ਦੁਨੀਆ ਦੇ ਵਿੱਚ ਕੋਈ ਵੀ ਉਲਟਾਉਣ ਵਾਲਾ ਨਹੀਂ ਹੈ। ਰਾਬਰ ਕਰੈ ਬਿਨਾ ਬਹੁ ਫੀਕੀ। ਸੱਚੇ ਪਾਤਸ਼ਾਹ ਹੁਣ ਮੈਨੂੰ ਪਤਾ ਲੱਗਿਆ ਵੀ ਜੋ ਆਪ ਦੀ ਕਹਿਣੀ ਔਰ ਕਰਨੀ ਦੇ ਵਿੱਚ ਕੋਈ ਵੀ ਫਰਕ ਨਹੀਂ ਪਾਇਆ ਜਾਂਦਾ। ਵੱਡੇ ਵੱਡੇ ਮਹਿਲ ਮੰਦਰ ਇਹ ਪਰਉਪਕਾਰ ਦੇ ਲਈ ਆਪ ਨੇ ਉਹ ਸਾਰਨ ਕੀਤੇ ਹਨ। ਪਕੜ ਕੋਈ ਨਹੀਂ ਇਹਨਾਂ ਦੀ ਆਪ ਦੇ ਮਨ ਦੇ ਵਿੱਚ ਬੈਰਾਗ ਅਠੇ ਪੈਰਾ ਦਿਨ ਉਸੇ ਤਰ੍ਹਾਂ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਹੋਇਆ ਹੈ। ਜਗਤ ਉਧਾਰਨ ਧਾਰਨ ਤਨ ਕੋ। ਆਪ ਨੇ ਤਾਂ ਸੰਸਾਰ ਦਾ ਉਧਾਰ ਕਰਨ ਦੇ ਲਈ ਆ ਪੰਜ ਭੌਤਿਕ ਸਰੀਰ ਧਾਰਨ ਕੀਤਾ ਹੈ। ਮੈਂ ਅਸ ਨਿਸ਼ਚੈ ਕੀਨਸ ਮਨ ਕੋ। ਮਹਾਰਾਜ ਇਹ ਹੁਣ ਨੇਚਾ ਯਕੀਨ ਮੇਰੇ ਮਨ ਦੇ ਵਿੱਚ ਵੀ ਪੈਦਾ ਹੋ ਗਿਆ ਹੈ। ਸਤਿਗੁਰ ਖੁਸ਼ੀ ਭਏ ਸੁਣ ਬਿਨਤੀ। ਇਹ ਦੀ ਰਜੋਈ ਸੁਣ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਇਸ ਸੈਯਦ ਫਕੀਰ ਦੇ ਉੱਪਰ ਬੜੇ ਹੀ ਪ੍ਰਸੰਨ ਹੋ ਗਏ ਹਨ। ਸ਼ਰਧਾ ਦਈ ਤਿਆਗ ਬਹਿ ਬਿਨਤੀ। ਇਸ ਦੇ ਮਨ ਦੇ ਅੰਦਰ ਮਹਾਰਾਜ ਨੇ ਸ਼ਰਧਾ ਭਾਵਨਾ ਪੈਦਾ ਕਰ ਦਿੱਤੀ ਹੈ। ਬੰਧਨ ਕਰ ਨਿਜ ਧਾਮ ਸਿਧਾਰਾ। ਇਹ ਵੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਅੱਗੇ ਆਪਣੇ ਰੋਪੜ ਵੱਲ ਨੂੰ ਚਲਿਆ ਗਿਆ ਸੀ। ਅਪਰ ਥਾਨ ਮਹਿ ਸੋ ਜਸ ਪਸਾਰਾ। ਜਿੱਥੇ ਵੀ ਆਪਣੇ ਮਰੀਦਾਂ ਦੇ ਪਾਸ ਗਿਆ ਉੱਥੇ ਹੀ ਜਾ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਿਮਾ ਵਡਿਆਈ ਅੱਗੇ ਸੰਗਤਾਂ ਦੇ ਵਿੱਚ ਵੀ ਦੱਸਣ ਲੱਗ ਪਿਆ ਸੀ। ਦੋਹਰਾ ਸੁੰਦਰ ਸਦਨ ਸੁਧਾਰ ਕਰ ਬਸੈ ਗੁਰੂ ਮਹਾਰਾਜ। ਸਤਿਗੁਰੂ ਜੀ ਨੇ ਬਹੁਤ ਸੋਹਣੇ ਸੋਹਣੇ ਮੰਦਰ ਇੱਕ ਥੇ ਦੇ ਉੱਪਰ ਤਿਆਰ ਕਰਵਾ ਦਿੱਤੇ ਹਨ। ਪ੍ਰਜਾ ਬਸਾਬਨ ਪੁੰਨ ਕਰੀ ਜੇ ਸਭ ਵਿਦਨ ਸਮਾਜ। ਆਲੇ ਦੁਆਲੇ ਸ਼ਹਿਰਾਂ ਨਗਰਾਂ ਦੇ ਵਿੱਚ ਬਹੁਤ ਸਾਰੇ ਗੁਰਸਿੱਖਾਂ ਨੂੰ ਵੀ ਇਸ ਨਗਰ ਦੇ ਵਿੱਚ ਵਸਾ ਦਿੱਤਾ। ਉੱਥੇ ਮਹਾਰਾਜ ਨੇ ਆਪਣੇ ਵੱਲੋਂ ਸਾਰੀਆਂ ਸਹੂਲਤਾਂ ਵੀ ਬਖਸ਼ ਦਿੱਤੀਆਂ ਹਨ। ਚੌਪਈ ਨਿਤ ਪ੍ਰਤ ਸੰਗਤ ਆਈ ਨਵੀਨ। ਰੋਜ਼ਾਨਾ ਨਵੀਆਂ ਤੋਂ ਨਵੀਆਂ ਸੰਗਤਾਂ ਇਸ ਨਗਰ ਦੇ ਵਿੱਚ ਆਉਣ ਲੱਗ ਪਈਆਂ ਹਨ। ਡੇਰਾ ਪਰ ਹੈ ਬਨਜ ਹੋਏ ਪੀਨ। ਜਿਵੇਂ ਜਿਵੇਂ ਬਾਜ਼ਾਰ ਬਹੁਤ ਸਾਰੇ ਸ਼ਾਹੂਕਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ ਉਹਨਾਂ ਦੇ ਵਿੱਚ ਵੈਰ ਬਹੁਤ ਸਾਰੇ ਵਪਾਰ ਵੀ ਨਗਰ ਦੇ ਵਿੱਚ ਹੀ ਹੋਣ ਲੱਗ ਪਏ ਸਨ। ਬੈਸਨ ਯਾਦ ਦੁਕਾਨ ਬਣਾਈ। ਬਹੁਤ ਸਾਰੇ ਜਿਹੜੇ ਬੈਸ ਉਹਨਾਂ ਨੇ ਵੀ ਆਪਣਾ ਇੱਥੇ ਆ ਕਰਕੇ ਵਪਾਰ ਆਰੰਭ ਕਰ ਦਿੱਤਾ ਸੀ। ਗਨੀ ਗਰੀਬ ਬਸੈ ਸਮੁਦਾਈ। ਚਾਹੇ ਸਤਿਗੁਰੂ ਜੀ ਦੇ ਦਰਬਾਰ 'ਚ ਗਰੀਬ ਆ ਗਿਆ ਅਮੀਰ ਆ ਗਿਆ ਮਹਾਰਾਜ ਨੇ ਤਾਂ ਕਿਸੇ ਨੂੰ ਵੀ ਕੋਈ ਨਾ ਨੁਕਰ ਨਹੀਂ ਕੀਤੀ ਸੀ। ਬੜੇ ਅਮੀਰਾਂ ਨੇ ਵੀ ਔਰ ਗਰੀਬਾਂ ਨੇ ਵੀ ਇਸ ਧਰਤੀ ਦੇ ਉੱਪਰ ਆਪਣੇ ਮਕਾਨ ਤਿਆਰ ਕਰਵਾ ਲਏ ਹਨ। ਕਿਤਕ ਸਿੱਖ ਹੀ ਰਚੈ ਆਵਾਸ। ਜਿਹੜੇ ਬਹੁਤ ਸਾਰੇ ਗੁਰਮੁਖ ਉਹਨਾਂ ਨੇ ਤਾਂ ਪਰਿਵਾਰ ਹੀ ਇੱਥੇ ਆਪਣੇ ਲਿਆ ਕਰਕੇ ਵਸਾ ਲਏ ਹਨ। ਹੇਤ ਜੀਵਕਾ ਕੀਨ ਸਬਾਸ। ਉਹਨਾਂ ਨੂੰ ਸਤਿਗੁਰੂ ਜੀ ਦੇ ਚਰਨਾਂ 'ਚ ਬੜੀ ਜਿਹੜੀ ਸੋਹਣੀ ਉਪਜੀਵਕਾ ਉਹ ਵੀ ਪ੍ਰਾਪਤ ਹੋਣ ਲੱਗ ਪਈ ਹੈ। ਕ੍ਰਿਤ ਕੀ ਕਰਨ ਹਾਰ ਨਰ ਬ੍ਰਿੰਦ। ਜਿਹੜੇ ਵਿਚਾਰੇ ਮਜ਼ਦੂਰੀ ਕਰਕੇ ਆਪਣੇ
ਪਰਿਵਾਰਾਂ ਨੂੰ ਪਾਲਣ ਵਾਲੇ ਸਨ। ਬਸੀ ਆਨ ਕਰ ਢਿੱਗ ਬਖਸ਼ਿੰਦ, ਦਿਆਲੂ ਕਿਰਪਾਲੂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਵੀ ਆਪਣਾ ਬਸੇਬਾ ਬਣਾ ਲਿਆ ਸੀ। ਆਏ ਸੈਂਕੜੀ ਨਿਤ ਨਰ ਨਾਰੀ, ਔਰ ਰੋਜ਼ਾਨਾ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੜੇ ਪ੍ਰੇਮੀ ਚੱਲ ਕਰਕੇ ਆਉਂਦੇ ਹਨ। ਰਹਿ ਪੀਰ ਦਰਬਾਰ ਅਗਾਰੀ, ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਹੁਣ ਸੰਗਤਾਂ ਦੀ ਜਿਹੜੀ ਭੀੜ ਹਰ ਵਕਤ ਹੀ ਲੱਗੀ ਰਹਿੰਦੀ ਹੈ। ਬ੍ਰਿੰਦ ਮਸੰਦ ਆਨੰਦ ਬਿਲੰਦੀ, ਜਿਹੜੇ ਵੱਡੇ ਵੱਡੇ ਮਸੰਦ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਸ਼ਰਧਾਲੂ ਪ੍ਰੇਮੀ, ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਆਨੰਦ ਪੈਦਾ ਹੋ ਗਿਆ ਸੀ। ਰਚੈ ਨਿਕੇਤ ਨਿਕਟ ਸੁਖ ਕੰਦੀ, ਉਹਨਾਂ ਨੇ ਵੀ ਸੁੱਖਾਂ ਦੇ ਦਾਤੇ ਦੇ ਪਾਸ ਆਪੋ ਆਪਣੇ ਮਕਾਨ ਤਿਆਰ ਕਰਵਾ ਲਏ ਹਨ। ਅਨਕ ਫਕੀਰ ਨਾ ਪੰਕਤ ਆਈ, ਬਹੁਤ ਸਾਰੇ ਜਿਹੜੇ ਸਾਧੂ ਫਕੀਰ ਉਹ ਵੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਈ ਦਫਾ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੀ ਇਕੱਠੇ ਹੋ ਜਾਂਦੇ ਸਨ। ਲਖੇ ਕਿਰਪਾਲ ਪਰੀ ਸ਼ਰਨਾਈ, ਸਤਿਗੁਰੂ ਜੀ ਦਾ ਬੜਾ ਦਿਆਲੂ ਕਿਰਪਾਲੂ ਸੁਭਾਅ ਜਾਣ ਕਰਕੇ ਬੜੇ ਜਿਹੜੇ ਸਾਧੂ ਫਕੀਰ ਦੂਰੋਂ ਦੂਰੋਂ ਮਹਾਰਾਜ ਦੇ ਪਾਸ ਚੱਲ ਕਰਕੇ ਆ ਜਾਂਦੇ ਸਨ। ਬੜੇ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਇਹਦੀ ਸ਼ਬਦ ਦੀ ਵਰਤੋਂ ਕੀਤੀ ਹੈ। ਸਾਧੋ ਮਨ ਕਾ ਮਾਨ ਤਿਆਗੋ, ਸਾਧੂ ਰਚਨਾ ਰਾਮ ਬਣਾਈ। ਉਹਨਾਂ ਸਾਧੂ ਫਕੀਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਬਹੁਤ ਸਾਰੇ ਇਹੋ ਜਿਹੇ ਸ਼ਬਦ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਵੀ ਉਚਾਰਨ ਕੀਤੇ ਹਨ। ਬੰਧਨ ਕਰ ਬੈਠੇ ਨਿਤ ਪਾਸ, ਉਹ ਵੀ ਮਹਾਰਾਜ ਦੇ ਚਰਨਾਂ ਤੇ ਕਰਕੇ ਨਮਸਕਾਰ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਪਤਤ ਪਨੀਤ ਦੀਨ ਬੰਦ ਹਰ, ਸ਼ਰਨ ਤਾਹੇ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ। ਸਤਿਗੁਰੂ ਜੀ ਉਹਨਾਂ ਨੂੰ ਵੀ ਆਪਣੇ ਵੱਲੋਂ ਇਹੋ ਜਿਹਾ ਉਪਦੇਸ਼ ਬਖਸ਼ਿਆ ਕਰਦੇ ਸਨ। ਬਨਹਿ ਦੀਗਤੀ ਅਚਬਹਿ ਗਰਾਸ, ਜੋ ਵੀ ਗੁਰੂ ਕੇ ਲੰਗਰ ਦੇ ਵਿੱਚ ਨਾਨਾ ਪ੍ਰਕਾਰ ਦੇ ਪਦਾਰਥ ਰੋਜ਼ਾਨਾ ਹੀ ਤਿਆਰ ਕੀਤੇ ਜਾਂਦੇ ਸਨ। ਜਿਹੜੇ ਇਹੋ ਜਿਹੇ ਦਰਵੇਸ਼ ਸਾਧੂ ਉਹ ਵੀ ਲੰਗਰ ਚੋਂ ਹੀ ਜਾ ਕਰਕੇ ਆਪਣਾ ਭੋਜਨ ਪਾਣੀ ਛਕਦੇ ਹਨ। ਵਾਂਛਤ ਬਸਤਰ ਪਾਈ ਗਨ ਰਹਿ, ਉਹਨਾਂ ਨੂੰ ਮਹਾਰਾਜ ਬਸਤਰ ਵੀ ਬੜੇ ਖੁੱਲੇ ਡੁੱਲੇ ਹੀ ਬਖਸ਼ਾ ਦਿੰਦੇ ਸੀ। ਜਨਮ ਸੁਧਾਰ ਹੈ ਗੁਰ ਗੁਰ ਕਹੈ, ਸਤਿਗੁਰੂ ਜੀ ਦਾ ਨਾਮ ਜਪ ਜਪ ਕਰਕੇ ਉਹਨਾਂ ਨੇ ਵੀ ਆਪਣਾ ਅਮੋਲਕ ਜਨਮੇ ਸਫਲਾ ਬਣਾ ਲਿਆ ਸੀ। ਕੀਤਕ ਦਾਸ ਸਦਾ ਰਹਿ ਸਾਥ, ਬਹੁਤ ਸਾਰੇ ਹੋ ਜੇ ਮਾਈ ਔਰ ਭਾਈ ਸੇਵਕ ਦਾ ਜਿਨ੍ਹਾਂ ਨੇ ਤਾਂ ਆਪਣੀ ਜ਼ਿੰਦਗੀ ਮਹਾਰਾਜ ਦੇ ਚਰਨਾਂ 'ਚ ਹੀ ਸਦਾ ਵਾਸਤੇ ਭੇਟਾ ਕੀਤੀ ਹੋਈ ਹੈ। ਸੇਵਾ ਕਰਹਿ ਜੋਰ ਕਰ ਹਾਥ, ਉਹ ਰਾਤ ਦਿਨ ਹਰ ਵਕਤ ਸੇਵਾ ਦੇ ਵਿੱਚ ਹੀ ਜੁੜੇ ਰਹਿੰਦੇ ਹਨ। ਦਿਨ ਪ੍ਰਤ ਐਸ਼ਵਰਜ ਬਧਹਿ ਵਿਸਾਲਾ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੋ ਐਸ਼ਵਰਜ ਹੈ ਵਿਭੂਤੀ ਹੈ, ਦਿਨ ਪਰ ਦਿਨ ਇਹ ਵੀ ਬੜੀ ਵਧਣੀ ਸ਼ੁਰੂ ਹੋ ਗਈ ਸੀ। ਦੁਗਨ ਚਗੁਣਾ 10 ਗੁਣ ਜਾਲਾ, ਜਿਵੇਂ ਜਿਵੇਂ ਨਵਾਂ ਸੂਰਜ ਚੜ੍ਹਦਾ ਉਹਦੇ ਨਾਲ ਦੂਣਾ ਚੌਣਾ 10 ਗੁਣਾ ਜਿਹੜਾ ਤੇਜ ਪ੍ਰਤਾਪ ਮਹਾਰਾਜ ਦਾ ਚਾਰੇ ਪਾਸੇ ਸੰਗਤਾਂ ਦੇ ਵਿੱਚ ਵੱਧ ਚੁੱਕਿਆ ਸੀ। ਇੱਕ ਆਵਹਿ ਸੰਗਤ ਇੱਕ ਜਾਹੀ, ਵਿਦੇਸ਼ਾਂ ਚੋਂ ਹਜ਼ਾਰਾਂ ਆਉਂਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਨ ਕਰਕੇ ਵਾਪਸ ਜਾ ਰਹੇ ਹਨ। ਪਸਰਿਓ ਸੋ ਜਸ ਅਸ਼ਟ ਦਿਸ ਮਾਹੀ, ਜਿਹੜੀਆਂ 4 ਦਿਸ਼ਾਂ ਤੇ 4 ਹੁੰਦੀਆਂ ਨੇ ਉਪਦੇਸ਼ਾਂ, ਧਰਤੀ ਤੇ ਆਕਾਸ਼, ਦਸ਼ਾਂ ਦਿਸ਼ਾਂ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਵਡਿਆਈ ਸੱਤੇ ਦੀਪਾਂ 9 ਖੰਡਾਂ ਦੇ ਵਿੱਚ ਹੀ ਫੈਲ ਚੁੱਕੀ ਹੈ। ਜੇ ਦੁਰਲਭ ਹੈ ਅਨਕ ਕੋਰੇ, ਜਿਹੜੇ ਇਹੋ ਜਿਹੇ ਦੁਰਲਭ ਪਦਾਰਥ ਰਾਜੇ ਮਹਾਰਾਜਿਆਂ ਨੂੰ ਵੀ ਕਿਤੇ ਕਿਤੇ ਸਬੱਬੀ ਪ੍ਰਾਪਤ ਹੁੰਦੇ ਹਨ। ਅਰਪਨ ਕਰੈ ਖਰੀ ਕਰ ਜੋਰੀ, ਪਰ ਗੁਰੂ ਕੇ ਸਿੱਖ ਇਹੋ ਜਿਹੇ ਦੁਰਲਭ ਜਿਹੜੇ ਪਦਾਰਥ ਮਹਾਰਾਜ ਦੇ ਅੱਗੇ ਆਮ ਤੌਰ ਤੇ ਹੀ ਲਿਆ ਕਰਕੇ
ਨਮਸਕਾਰਾ ਕਰਿਆ ਕਰਦੇ ਸਨ। ਅੰਬਰ ਪਸ਼ਮੰਬਰ ਪਾਟੰਬਰ ਇਸੇ ਤਰ੍ਹਾਂ ਪਸ਼ਮੀਨੇ ਦੇ ਔਰ ਰੇਸ਼ਮੀ ਔਰ ਸੂਤੀ ਕੱਪੜੇ ਦੇ ਥਾਨਾਂ ਦੇ ਥਾਨ ਪ੍ਰੇਮੀ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਲੈ ਕਰਕੇ ਆਉਂਦੇ ਹਨ। ਸੁੰਦਰ ਯਾਦ ਊਨ ਕੇ ਕੰਬਰ ਇਸੇ ਤਰ੍ਹਾਂ ਜੋ ਸਰਦੀ ਦੇ ਮੌਸਮ ਦੇ ਵਿੱਚ ਲੈਣ ਦੇ ਲਈ ਜਿਹੜੇ ਉੱਨ ਦੇ ਬਹੁਤ ਵੱਡੇ ਵੱਡੇ ਗਰਮ ਗਰਮ ਕੰਬਲ ਵੀ ਖਰੀਦ ਕਰਕੇ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਹਨ। ਸ਼੍ਰੀ ਗੁਜਰੀ ਹਿਤ ਘਨੇ ਵਿਭੂਖਨ ਇਸੇ ਤਰ੍ਹਾਂ ਜਗਤ ਮਾਤਾ ਮਾਤਾ ਗੁਜਰ ਕੌਰ ਦੇ ਲਈ ਬਹੁਤ ਸਾਰੇ ਪ੍ਰੇਮੀ ਮਹਿੰਗੇ ਮਹਿੰਗੇ ਸੋਨੇ ਔਰ ਚਾਂਦੀ ਦੇ ਗਹਿਣੇ ਕਢਵਾ ਕਰਕੇ ਲਿਆਉਂਦੇ ਹਨ। ਆਗੇ ਅਰਪ ਹੈ ਆਨ ਅਦੁਖਨ ਦੁੱਖਾਂ ਤੋਂ ਰਹਿਤ ਸਤਿਗੁਰੂ ਜੀ ਦੇ ਚਰਨਾਂ 'ਚ ਇਹ ਮਾਇਆ ਇਹ ਜਿਹੜੇ ਬੜੇ ਅਮੋਲਕ ਪਦਾਰਥ ਪ੍ਰੇਮੀ ਮਹਾਰਾਜ ਦੇ ਚਰਨਾਂ 'ਚ ਆ ਕਰਕੇ ਭੇਟਾ ਕਰਦੇ ਹਨ। ਧਨ ਕੀ ਗੰਤੀ ਕਛੂ ਨਾ ਹੋਈ ਮਹਾਰਾਜ ਦੇ ਪਾਸ ਇਤਨੀ ਮਾਇਆ ਆਉਂਦੀ ਹੈ ਵੀ ਉਸ ਧਨ ਨੂੰ ਗਿਣਨਾ ਵੀ ਕਈ ਦਫਾ ਸੇਵਕਾਂ ਦਾਸਾਂ ਨੂੰ ਬੜਾ ਔਖਾ ਹੋ ਜਾਂਦਾ ਸੀ। ਦਿਨ ਪ੍ਰਤ ਗੁਰ ਆਗੇ ਬਹੁ ਜੋਈ ਵੱਡੇ ਵੱਡੇ ਢੇਰ ਸੰਗਤਾਂ ਮਹਾਰਾਜ ਦੇ ਅੱਗੇ ਮਾਇਆ ਦੀ ਔਰ ਧਨ ਦੇ ਲਗਾ ਦਿੰਦੇ ਹਨ। ਪਿਖ ਸ੍ਰੀ ਤੇਗ ਬਹਾਦਰ ਦਰਬ ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੋਈ ਮਾਇਆ ਦੇ ਨਾਲ ਪਕੜ ਨਹੀਂ ਧਾਰਨ ਕੀਤੀ। ਭਾਵੇਂ ਬੜਾ ਧਨ ਬੜੀ ਮਾਇਆ ਪਰ ਉਹ ਜਾਨਾ ਹੀ ਸੰਕਟ ਦਾ ਲੈ ਕਰਕੇ ਆਉਂਦੀਆਂ ਹਨ। ਖਰਚਨ ਕਰਤ ਜਾਤ ਤਿਮ ਸਰਬ ਜਿਵੇਂ ਜਿਵੇਂ ਆਮਦਨ ਤੇ ਉਸੇ ਤਰ੍ਹਾਂ ਖਰਚ ਵੀ ਸਤਿਗੁਰੂ ਜੀ ਬਹੁਤ ਜ਼ਿਆਦਾ ਆਪਣੇ ਵੱਲੋਂ ਕਰਨ ਲੱਗ ਪਏ ਹਨ। ਨਗਰ ਬਸਾਬਨ ਮਹਿ ਬਹੁ ਦੀਤ ਬਹੁਤ ਸਾਰੀ ਮਾਇਆ ਤਾਂ ਇਹਨਾਂ ਮਕਾਨਾਂ ਜਾਂ ਫਿਰ ਸੋਹਣੇ ਸੋਹਣੇ ਮੰਦਰਾਂ ਦੀ ਤਿਆਰੀ ਕਰਵਾਉਣ ਦੇ ਉੱਪਰ ਹੀ ਖਰਚ ਆਉਣ ਲੱਗ ਪਈ ਸੀ। ਜਹ ਕਹਿ ਸੁੰਦਰ ਬਨਹਿ ਨਿਕੇਤ ਇਸ ਥੇ ਦੇ ਉੱਪਰ ਚਾਰੇ ਪਾਸੇ ਬਹੁਤ ਸੋਹਣੇ ਸੋਹਣੇ ਮੰਦਰ ਸਤਿਗੁਰੂ ਜੀ ਨੇ ਤਿਆਰ ਕਰਵਾ ਦਿੱਤੇ ਹਨ। ਹੁਣ ਜਿਸ ਪ੍ਰਕਾਰ ਬਾਬਾ ਧੀਰਮਲ ਜੀ ਦੇ ਮਨ ਦੇ ਅੰਦਰ ਬੜੀ ਈਰਖਾ ਪੈਦਾ ਹੋਣੀ ਹੈ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਦੇ ਹੋਇਆ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੋਰਾ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਜੀਰਗ ਦੇਗ ਬਨਹਿ ਜੁਗ ਕਾਲਾ ਹੋਤ ਖਰਚ ਲੀ ਅੰਨ ਵਿਸਾਲਾ ਦੀਰਗ ਦੇਗ ਬਨਹਿ ਜੁਗ ਕਾਲਾ ਹੋਤ ਖਰਚ ਲੀ ਅੰਨ ਵਿਸਾਲਾ ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ ਏ ਪੂਰਨ